ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਾਨਿਆ ਐਜੂਕੇਸ਼ਨ ਸਰਵਿਸਿਜ਼ ਤੇ। ਸੋ ਦੋਸਤੋ, ਅੱਜ ਆਪਾਂ ਕਰਾਂਗੇ ਇੰਪੋਰਟੈਂਟ ਕੁਐਸਚਨਸ ਕੰਪਿਊਟਰਸ ਦੇ, ਜੋ ਕਿ ਆਉਣ ਵਾਲੇ ਜਿੰਨੇ ਵੀ ਐਗਜ਼ਾਮਸ ਨੇ ਉਹਨਾਂ ਸਾਰਿਆਂ ਲਈ ਇਹ ਹੈਲਪਫੁਲ ਰਹਿਣਗੇ। ਸੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੂਗੀ। ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ, ਤਾਂ ਕਿ ਅਸੀਂ ਹੋਰ ਵੀ ਕੁਐਸਚਨ ਤੁਹਾਡੇ ਲਈ ਵਧੀਆ ਤੋਂ ਵਧੀਆ ਲੈ ਕੇ ਆ ਸਕੀਏ। ਜਿਵੇਂ ਪਹਿਲਾ ਕੁਐਸਚਨ ਹੈ, ਹੂ ਇਜ਼ ਦਾ ਫਾਦਰ ਆਫ ਕੰਪਿਊਟਰ। ਕੰਪਿਊਟਰ ਦਾ ਫਾਦਰ ਕਿਸ ਨੂੰ ਕਿਹਾ ਜਾਂਦਾ ਹੈ? ਤੁਸੀਂ ਨਾਲ ਟਾਈਪ ਕਰਕੇ ਦੱਸ ਵੀ ਸਕਦੇ ਹੋ ਆਨਸਰ ਮਨ 'ਚ ਸੋਚ ਕੇ। ਤਾਂ ਕੰਪਿਊਟਰ ਦਾ ਜਿਹੜਾ ਫਾਦਰ ਹੈ ਉਹ ਚਾਰਲਸ ਬੈਬੇਜ ਨੂੰ ਕਿਹਾ ਜਾਂਦਾ ਹੈ। ਚਾਰਲਸ ਬੈਬੇਜ ਨੇ ਹੀ ਡਿਜ਼ਾਈਨ ਕੀਤਾ ਸੀ ਫਸਟ ਮਕੈਨੀਕਲ ਕੰਪਿਊਟਰ ਅਤੇ ਡਿਫਰੈਂਸ ਇੰਜਨ, ਜਿਹੜਾ ਕਿ ਚਾਰਲਸ ਬੈਬੇਜ ਨੇ ਤਿਆਰ ਕੀਤਾ ਸੀ। ਠੀਕ ਹੈ ਜੀ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਐਬਰੀਵੇਸ਼ਨਸ ਆਫ ਕੰਪਿਊਟਰ। ਵੀ ਕੰਪਿਊਟਰ ਵਾਸਤੇ ਕਿਹੜੀ ਐਬਰੀਵੇਸ਼ਨ ਜਿਹੜੀ ਹੈਗੀ ਹੈ ਕਰੈਕਟ ਹੈ? commonly occupied machine used in technical and educational research, common operated machine used in technical and environmental research, common oriented machine used in technical and educational research। ਸੋ ਸਾਰਿਆਂ 'ਚ ਦੇਖੋ ਇਹੀ ਹੈ, ਤਾਂ ਮਤਲਬ ਇਹਦਾ ਆਨਸਰ ਜਿਹੜਾ ਆਊਗਾ ਉਹ ਆਪਣਾ ਇਹੀ ਆਊਗਾ, commonly ਆਪਰੇਟਡ ਮਸ਼ੀਨ ਟੈਕਨੀਕਲ ਐਂਡ ਐਜੂਕੇਸ਼ਨਲ ਰਿਸਰਚ ਵਾਸਤੇ। ਠੀਕ ਹੈ ਜੀ, ਇਸ ਕੁਐਸਚਨ ਦਾ ਆਨਸਰ ਇਹੀ ਆਊਗਾ। ਠੀਕ ਹੈ ਜੀ। ਤੇ ਇਹਦੇ ਵਿੱਚ ਇਹ ਵੀ ਲਿਖਿਆ ਕੰਪਿਊਟਰ ਦਾ ਜਿਹੜਾ ਵਰਡ ਹੈ ਉਹ ਕਾਹਦੇ ਵਾਸਤੇ ਯੂਜ਼ ਹੁੰਦਾ? ਉਹ ਕੰਪਿਊਟ ਕਰਨ ਵਾਸਤੇ, ਕਿਸੇ ਚੀਜ਼ ਨੂੰ ਕੰਪਿਊਟ ਕਰਨ ਲਈ, ਯਾਨੀ ਕਿ ਕੈਲਕੂਲੇਟ ਕਰਨ ਲਈ। ਇਸ ਦਾ ਮਤਲਬ ਕੰਪਿਊਟਰ ਦਾ ਇਹ ਵੀ ਹੁੰਦਾ। ਤਾਂ ਸੋ ਇਨੀਸ਼ੀਅਲੀ ਇਟ ਥਾਊਟ ਦੈਟ ਕੰਪਿਊਟਰ ਇਜ਼ ਅ ਡਿਵਾਈਸ ਦੈਟ ਇਜ਼ ਯੂਜ਼ ਟੂ ਪਰਫਾਰਮ ਦਾ ਕੈਲਕੂਲੇਸ਼ਨ। ਯਾਨੀ ਸਟਾਰਟਿੰਗ ਦੇ ਵਿੱਚ ਜਿਹੜਾ ਕੰਪਿਊਟਰ ਬਣਾਇਆ ਗਿਆ ਸੀ ਉਹ ਕਾਹਦੇ ਵਾਸਤੇ? ਇੱਕ ਕੰਪਿਊਟ ਯਾਨੀ ਕੈਲਕੂਲੇਸ਼ਨਸ ਕਰਨ ਵਾਸਤੇ ਬਣਾਇਆ ਗਿਆ ਸੀ। ਠੀਕ ਹੈ ਜੀ। ਸੋ ਨੈਕਸਟ ਹੈ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਡੈਫੀਨੇਸ਼ਨ ਆਫ ਕੰਪਿਊਟਰ। ਕਹਿੰਦਾ ਇਹਨਾਂ ਵਿੱਚੋਂ ਕੰਪਿਊਟਰ ਦੀ ਕਰੈਕਟ ਡੈਫੀਨੇਸ਼ਨ ਕਿਹੜੀ ਹੈ? ਤਾਂ ਕੰਪਿਊਟਰ ਇਜ਼ ਅ ਮਸ਼ੀਨ ਔਰ ਡਿਵਾਈਸ ਦੈਟ ਕੈਨ ਬੀ ਪ੍ਰੋਗਰਾਮਡ ਟੂ ਪਰਫਾਰਮ ਅਰਥਮੈਟਿਕ ਔਰ ਲੌਜਿਕ ਆਪਰੇਸ਼ਨ ਸੀਕੁਐਂਸ ਆਟੋਮੈਟਿਕਲੀ। ਕਹਿੰਦਾ ਕੰਪਿਊਟਰ ਇੱਕ ਮਸ਼ੀਨ ਹੈ ਜਿਹੜੀ ਕਿ ਅਰਥਮੈਟਿਕ ਤੇ ਲੌਜਿਕ ਆਪਰੇਸ਼ਨ ਕਰਦੀ ਹੈ। ਠੀਕ ਹੈ ਜੀ। ਕੰਪਿਊਟਰ ਅੰਡਰਸਟੈਂਡ ਓਨਲੀ ਬਾਈਨਰੀ ਲੈਂਗੁਏਜ ਵਿਚ ਇਜ਼ ਰਿਟਨ ਇਨ 0 and 1, ਇਹ ਵੀ ਠੀਕ ਹੈ ਜੀ। ਕੰਪਿਊਟਰ ਇਜ਼ ਅ ਪ੍ਰੋਗਰਾਮੇਬਲ ਇਲੈਕਟ੍ਰੋਨਿਕ ਡਿਵਾਈਸ ਦੈਟ ਸਟੋਰ, ਰਿਟਰੀਵ ਐਂਡ ਪ੍ਰੋਸੈਸ ਦਾ ਡਾਟਾ। ਕਹਿੰਦਾ ਕੰਪਿਊਟਰ ਇੱਕ ਮਸ਼ੀਨ ਹੈ ਜਿਹੜੀ ਕਿ ਡਾਟਾ ਨੂੰ ਸਟੋਰ ਕਰਦੀ ਹੈ, ਰਿਟਰੀਵ ਕਰਦੀ ਹੈ, ਮਤਲਬ ਖਤਮ ਕਰਦੀ ਹੈ, ਅਤੇ ਪ੍ਰੋਸੈਸਿੰਗ ਦੇ ਵਿੱਚ ਕਰਦੀ ਹੈ। ਯਾਨੀ ਕਿ ਸਾਰੀ ਹੀ ਡੈਫੀਨੇਸ਼ਨਸ ਕੀ ਨੇ? ਸਹੀ ਨੇ। ਤਾਂ ਇਸ ਕੁਐਸਚਨ ਦਾ ਆਨਸਰ ਕੀ ਆਊਗਾ? ਡੀ। ਯਾਨੀ ਆਪਣੀ ਡੈਫੀਨੇਸ਼ਨ ਦੇਖੀਏ, ਕੰਪਿਊਟਰ ਇੱਕ ਮਸ਼ੀਨ ਹੈ ਅਤੇ ਡਿਵਾਈਸ ਹੈ ਜਿਹੜੀ ਕਿ ਪ੍ਰੋਗਰਾਮ ਕੀਤੀ ਗਈ ਹੈ ਇੱਕ ਅਰਥਮੈਟਿਕ ਜਾਂ ਲੌਜਿਕ ਆਪਰੇਸ਼ਨ ਕਰਨ ਲਈ ਆਟੋਮੈਟਿਕਲੀ। ਜਾਂ ਕੰਪਿਊਟਰ ਜਿਹੜੇ ਅੰਡਰਸਟੈਂਡ ਕਰਦਾ ਉਹ ਬਾਈਨਰੀ ਕੋਡ ਅੰਡਰਸਟੈਂਡ ਕਰਦਾ ਹੈ, ਯਾਨੀ 0 ਤੇ 1 ਦੀ ਲੈਂਗੁਏਜ। ਇਹਨੂੰ ਬਾਈਨਰੀ ਲੈਂਗੁਏਜ ਵੀ ਕਹਿ ਦਿੰਦੇ ਆ। ਠੀਕ ਹੈ। ਕਹਿੰਦਾ ਵਟ ਇਜ਼ ਦਾ ਫੁੱਲ ਫਾਰਮ ਆਫ CPU। CPU ਦੀ ਫੁੱਲ ਫਾਰਮ ਕੀ ਹੈ? ਤਾਂ ਫੁੱਲ ਫਾਰਮ CPU ਦੀ ਕੀ ਹੈ? ਸੈਂਟਰਲ ਪ੍ਰੋਸੈਸਿੰਗ ਯੂਨਿਟ। ਤਾਂ CPU ਦੀ ਫੁੱਲ ਫਾਰਮ ਕੀ ਹੈ ਬੱਚੇ? ਸੈਂਟਰਲ ਪ੍ਰੋਸੈਸਿੰਗ ਯੂਨਿਟ। ਠੀਕ ਹੈ ਜੀ। CPU ਕਿਹੜਾ ਪਾਰਟ ਆਫ ਕੰਪਿਊਟਰ ਸਿਸਟਮ ਹੈ? ਇਸ ਨੂੰ ਬ੍ਰੇਨ ਆਫ ਕੰਪਿਊਟਰ ਵੀ ਕਿਹਾ ਜਾਂਦਾ, ਯਾਨੀ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਹੈ। ਜਿਵੇਂ ਕਿ ਇਹ ਕੰਪਿਊਟਰ ਹੈ, ਠੀਕ ਹੈ ਜੀ, ਇਸ ਦੇ ਨਾਲ ਜਿਹੜਾ ਡੱਬਾ ਜਿਹਾ ਪਿਆ ਹੁੰਦਾ ਹੈ ਇਸ ਨੂੰ ਆਪਾਂ CPU ਕਹਿ ਦਿੰਦੇ ਹਾਂ। ਠੀਕ ਹੈ ਜੀ। ਸੋ ਇਸ ਨੂੰ ਬ੍ਰੇਨ ਆਫ ਕੰਪਿਊਟਰ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਕਹਿੰਦਾ ਵਿਚ ਆਫ ਦਾ ਫੋਲੋਇੰਗ ਲੈਂਗੁਏਜ ਡਜ਼ ਦਾ ਕੰਪਿਊਟਰ ਅੰਡਰਸਟੈਂਡ। ਤਾਂ ਕੰਪਿਊਟਰ ਕਿਹੜੀ ਲੈਂਗੁਏਜ ਇਹਨਾਂ ਵਿੱਚੋਂ ਸਮਝਦਾ ਹੈ? ਕੰਪਿਊਟਰ C ਲੈਂਗੁਏਜ ਸਮਝਦਾ, ਕੰਪਿਊਟਰ ਓਨਲੀ ਅਸੈਂਬਲੀ ਲੈਂਗੁਏਜ ਸਮਝਦਾ ਹੈ, ਕੰਪਿਊਟਰ ਅੰਡਰਸਟੈਂਡ ਬੇਸਿਕ ਲੈਂਗੁਏਜ ਜਾਂ ਬਾਈਨਰੀ ਲੈਂਗੁਏਜ। ਤਾਂ ਇਸ ਦਾ ਆਨਸਰ ਆਊਗਾ ਕੰਪਿਊਟਰ ਜਿਹੜਾ ਹੈਗਾ ਉਹ ਬਾਈਨਰੀ ਲੈਂਗੁਏਜ ਸਮਝਦਾ। ਕਿਹੜੀ ਲੈਂਗੁਏਜ ਸਮਝਦਾ? ਬਾਈਨਰੀ ਲੈਂਗੁਏਜ। ਤਾਂ ਇਸ ਕੁਐਸਚਨ ਦਾ ਆਨਸਰ ਆਊਗਾ ਕੰਪਿਊਟਰ ਅੰਡਰਸਟੈਂਡ ਦਾ ਬਾਈਨਰੀ ਲੈਂਗੁਏਜ। ਠੀਕ ਹੈ ਜੀ। ਬਾਈਨਰੀ ਲੈਂਗੁਏਜ ਕਿਸ ਫਾਰਮ 'ਚ ਲਿਖੀ ਹੁੰਦੀ ਹੈ? 0 ਤੇ 1 ਦੀ ਫਾਰਮ ਦੇ ਵਿੱਚ ਲਿਖੀ ਹੁੰਦੀ ਹੈ। ਠੀਕ ਹੈ ਜੀ। ਔਰ ਦ ਕੰਪਿਊਟਰ ਕੈਨ ਅੰਡਰਸਟੈਂਡ ਅਸੈਂਬਲੀ ਲੈਂਗੁਏਜ। ਇੱਕ ਅਸੈਂਬਲੀ ਲੈਂਗੁਏਜ ਵੀ ਹੁੰਦੀ ਹੈ, ਬਟ ਅਸੈਂਬਲੀ ਲੈਂਗੁਏਜ ਇਜ਼ ਰਿਕੁਆਇਰਡ ਵਿਚ ਕਨਵਰਟ ਅਸੈਂਬਲੀ ਲੈਂਗੁਏਜ ਟੂ ਬਾਈਨਰੀ ਲੈਂਗੁਏਜ। ਮਤਲਬ ਇੱਕ ਅਸੈਂਬਲਰ ਹੁੰਦਾ ਜੋ ਅਸੈਂਬਲੀ ਲੈਂਗੁਏਜ ਨੂੰ ਬਾਈਨਰੀ 'ਚ ਕਨਵਰਟ ਕਰਦਾ। ਠੀਕ ਹੈ। ਇਸੇ ਤਰ੍ਹਾਂ ਇੱਕ ਹਾਈ ਲੈਵਲ ਲੈਂਗੁਏਜ ਵੀ ਹੁੰਦੀ ਹੈ, ਉਹਦੇ ਲਈ ਕੰਪਾਈਲਰ ਯੂਜ਼ ਹੁੰਦੇ ਨੇ ਜੋ ਉਹਨੂੰ ਕਨਵਰਟ ਕਰਦੇ ਨੇ ਉਹਦੇ 'ਚ। ਬਸ ਸਿੰਪਲ ਇਸ ਕੁਐਸਚਨ ਦਾ ਆਨਸਰ ਕੀ ਹੈ ਵੀ ਕੰਪਿਊਟਰ ਕਿਹੜੀ ਲੈਂਗੁਏਜ ਸਮਝਦਾ ਹੈ? ਤਾਂ ਕੰਪਿਊਟਰ ਬਾਈਨਰੀ ਲੈਂਗੁਏਜ ਸਮਝਦਾ ਹੈ। ਵਿਚ ਆਫ ਦਾ ਫੋਲੋਇੰਗ ਕੰਪਿਊਟਰ ਲੈਂਗੁਏਜ ਰਿਟਨ ਇਨ ਬਾਈਨਰੀ ਕੋਡਸ। ਕਿਹੜੀ ਲੈਂਗੁਏਜ ਦੇਖੋ ਇੱਕ ਬਾਈਨਰੀ ਕੋਡ 'ਚ ਲਿਖੀ ਜਾਂਦੀ ਹੈ? ਤਾਂ ਬਾਈਨਰੀ ਕੋਡ 'ਚ ਮਸ਼ੀਨ ਲੈਵਲ ਲੈਂਗੁਏਜ ਲਿਖੀ ਜਾਂਦੀ ਹੈ। ਕਿਹੜੀ ਹੈ ਜੀ? ਮਸ਼ੀਨ ਲੈਵਲ ਲੈਂਗੁਏਜ। ਸੋ ਯਾਨੀ ਇਹ ਹੈ ਮਸ਼ੀਨ ਲੈਵਲ ਲੈਂਗੁਏਜ ਇਜ਼ ਰਿਟਨ ਇਨ ਦਾ ਬਾਈਨਰੀ ਕੋਡ ਓਨਲੀ। ਇਟ ਕੈਨ ਬੀ ਈਜ਼ੀਲੀ ਅੰਡਰਸਟੂਡ ਬਾਈ ਦਾ ਕੰਪਿਊਟਰ ਐਂਡ ਇਜ਼ ਵੈਰੀ ਡਿਫੀਕਲਟ ਟੂ ਅਸ ਅੰਡਰਸਟੈਂਡ, ਜੋ ਕਿ ਸਾਡੇ ਲਈ ਸਮਝਣੀ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ। A machine language unlike other language require translator or interpreter। यानी जे साडे
लैंग्वेज समझण वास्ते ਉਹ ਸਾਨੂੰ ਕੀ ਚਾਹੀਦੇ ਨੇ, ਜਾਂ ਤਾਂ ਟਰਾਂਸਲੇਟਰ ਚਾਹੀਦੇ ਨੇ ਜਾਂ ਇੰਟਰਪ੍ਰੇਟਰ ਚਾਹੀਦੇ ਨੇ, ਉਹ ਅਲੱਗ ਹੈ। ਠੀਕ ਹੈ ਜੀ। ਕੰਪਿਊਟਰ ਜਿਹੜਾ ਹੈਗਾ ਉਹ ਮਸ਼ੀਨ ਲੈਂਗੁਏਜ ਸਮਝਦਾ ਹੈ, ਔਰ ਮਸ਼ੀਨ ਲੈਵਲ ਲੈਂਗੁਏਜ ਕਿਸ 'ਚ ਹੁੰਦੀ ਹੈ, ਬਾਈਨਰੀ ਲੈਂਗੁਏਜ। ਠੀਕ ਹੈ ਜੀ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਬ੍ਰੇਨ ਆਫ ਕੰਪਿਊਟਰ, ਇਹਨਾਂ ਵਿੱਚੋਂ ਕੰਪਿਊਟਰ ਦਾ ਬ੍ਰੇਨ ਕਿਹੜਾ, ਤਾਂ ਇਹਨਾਂ 'ਚੋਂ ਕੰਪਿਊਟਰ ਦਾ ਬ੍ਰੇਨ ਕਿਹੜਾ ਆਪਾਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਕਹਿ ਸਕਦੇ ਹਾਂ, ਯਾਨੀ CPU ਇਜ਼ ਦਾ ਬ੍ਰੇਨ ਆਫ ਕੰਪਿਊਟਰ। ਔਰ CPU ਦੇ ਵਿੱਚ ਕੀ ਹੁੰਦਾ ਬੱਚੇ, ਕੰਟਰੋਲ ਯੂਨਿਟ ਹੁੰਦੀ ਹੈ, ਇੱਕ ਅਰਥਮੈਟਿਕ ਐਂਡ ਲੌਜੀਕਲ ਯੂਨਿਟ ਹੁੰਦਾ ਹੈ, ਇਹ ਪ੍ਰੋਸੈਸਿੰਗ ਹੁੰਦੇ ਨੇ। ਇਸ ਦੇ ਵਿੱਚ ਜਿੰਨੇ ਵੀ ਆਪਰੇਸ਼ਨਸ ਨੇ ਸਾਰੇ ਉਹ CPU ਦੇ ਵਿੱਚ ਹੀ ਪ੍ਰੋਸੈਸ ਹੁੰਦੇ ਨੇ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਦਾ ਨੋਟ ਕਰੈਕਟਰਿਸਟਿਕਸ ਆਫ ਅ ਕੰਪਿਊਟਰ, ਇਹਨਾਂ ਵਿੱਚੋਂ ਕੰਪਿਊਟਰ ਦੀ ਵਿਸ਼ੇਸ਼ਤਾ ਕਿਹੜੀ ਨਹੀਂ ਹੈ, ਵਰਸੈਟਿਲਿਟੀ, ਐਕੂਰੇਸੀ, ਡਿਲੀਜੈਂਸ ਜਾਂ ਇੰਟੈਲੀਜੈਂਸ IQ। ਤਾਂ ਇਹਨਾਂ ਵਿੱਚੋਂ ਇੰਟੈਲੀਜੈਂਸ IQ ਹੈ ਜਿਹੜਾ ਉਹ ਕੰਪਿਊਟਰ ਦੀ ਕਰੈਕਟਰਿਸਟਿਕਸ ਨਹੀਂ ਹੈ, ਯਾਨੀ ਇਸ ਕੁਐਸਚਨ ਆਨਸਰ D ਆਊਗਾ। ਠੀਕ ਹੈ। ਕੰਪਿਊਟਰ ਸਿਸਟਮ ਹੈ ਨੋਟ IQ ਇਟਸ ਓਨ, ਇਟ ਡਜ਼ ਓਨਲੀ ਪ੍ਰੋਗਰਾਮ ਟੂ ਡੂ ਸੋ, ਮਤਲਬ ਸਿਰਫ ਇਹ ਉਹੀ ਕੰਮ ਕਰਦਾ ਹੈ ਜੋ ਇਸ ਨੂੰ ਕਰਨ ਲਈ ਕੀਤਾ ਗਿਆ ਹੈ, ਆਪਣੇ ਆਪ ਤੋਂ ਕੁਝ ਨਹੀਂ ਕਰਦਾ। ਇਟ ਕੈਨ ਨੋਟ ਟੇਕ ਡਿਸੀਜ਼ਨ ਓਨ, ਇਹ ਆਪਣੇ ਖੁਦ ਡਿਸੀਜ਼ਨ ਨਹੀਂ ਲੈਂਦਾ। ਠੀਕ ਹੈ। ਇਹ ਡਿਲੀਜੈਂਸ ਹੈਗਾ ਕਿਉਂਕਿ ਇਹ ਲਗਾਤਾਰ ਕੰਮ ਕਰ ਸਕਦਾ, ਬਿਨਾਂ ਥੱਕੇ, ਐਰਰ ਫ੍ਰੀ ਕੰਮ ਕਰਦਾ। ਠੀਕ ਹੈ ਜੀ। ਐਕੂਰੇਸੀ ਕੰਪਿਊਟਰ ਦੀ ਹੈਗੀ ਹੈ, ਐਕੂਰੇਸੀ ਹਾਈ ਲੈਵਲ ਦੀ ਐਕੂਰੇਸੀ ਇਹਦੇ ਵਿੱਚ। ਠੀਕ ਹੈ। ਸੋ ਮਤਲਬ ਬਾਕੀ ਸਾਰੀ ਇਹਦੇ 'ਚ ਹੈਗੀਆਂ ਨੇ, ਬਸ IQ ਲੈਵਲ ਇਹਦੀ ਪ੍ਰੋਪਰਟੀ ਜਾਂ ਕਰੈਕਟਰਿਸਟਿਕਸ ਨਹੀਂ ਹੈਗੀ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਸਮਾਲੈਸਟ ਯੂਨਿਟ ਆਫ ਡਾਟਾ ਇਨ ਏ ਕੰਪਿਊਟਰ, ਸਭ ਤੋਂ ਛੋਟੀ ਯੂਨਿਟ ਕਿਹੜੀ ਹੁੰਦੀ ਹੈ ਡਾਟਾ ਦੀ ਕੰਪਿਊਟਰ ਦੀ, ਸਭ ਤੋਂ ਛੋਟੀ ਯੂਨਿਟ ਹੁੰਦੀ ਹੈ ਜੀ ਬਿਟ ਹੁੰਦੀ ਹੈ। ਕੀ ਹੁੰਦੀ ਹੈ ਜੀ ਬੱਚੇ, ਬਿਟ ਹੁੰਦੀ ਹੈ। ਸਭ ਤੋਂ ਛੋਟੀ ਯੂਨਿਟ ਕਿਹੜੀ ਹੁੰਦੀ ਹੈ ਜੀ, ਬਿਟ ਹੁੰਦੀ ਹੈ, ਇਹ ਯਾਦ ਰੱਖਣਾ। ਹੁਣ ਬਿਟ ਕੀ ਹੈ, ਬਿਟ ਇੱਕ ਸਮਾਲੈਸਟ ਯੂਨਿਟ ਹੈ ਕੰਪਿਊਟਰ ਸਿਸਟਮ ਦੇ ਵਿੱਚ। ਇੱਕ ਬਾਈਨਰੀ ਡਿਜਿਟ, ਜਦੋਂ ਆਪਾਂ ਬਾਈਨਰੀ ਡਿਜਿਟ ਲਿਖਦੇ ਹਾਂ ਤਾਂ ਉਸ ਦੇ ਵਿੱਚ ਵੀ 2 ਬਿਟ ਹੁੰਦੇ ਨੇ। ਕਿੰਨੇ ਹੁੰਦੇ ਨੇ, 2 ਬਿਟ। ਬਿਟ ਕੀ ਹੁੰਦੇ ਨੇ, 0 ਐਂਡ 1 ਦੇ ਵਿੱਚ, 0 ਔਰ 1 ਦੇ ਵਿੱਚ। ਠੀਕ ਹੈ। ਸੋ ਯਾਦ ਰੱਖਣਾ ਇੱਕ ਬਾਈਨਰੀ ਡਿਜਿਟ ਦੇ ਵਿੱਚ ਕੀ ਹੁੰਦੇ ਨੇ, 2 ਬਿਟ ਹੁੰਦੇ ਨੇ। ਠੀਕ ਹੈ। ਇੱਕ ਆਪਾਂ ਕਹਿ ਦਈਏ ਇੱਕ ਨਿਬਲ ਦੀ ਵੈਲਿਊ ਕਰੀਏ ਤਾਂ ਇੱਕ ਨਿਬਲ ਦੇ ਵਿੱਚ 4 ਬਿਟ ਹੁੰਦੇ ਨੇ। ਠੀਕ ਹੈ ਜੀ। ਜੇ ਆਪਾਂ ਇੱਕ ਬਾਈਟ ਦੀ ਗੱਲ ਕਰੀਏ ਤਾਂ ਇੱਕ ਬਾਈਟ ਦੇ ਵਿੱਚ ਆਪਣੇ ਕੋਲ 8 ਬਿਟ ਹੁੰਦੇ ਨੇ। ਠੀਕ ਹੈ ਜੀ। ਓਕੇ ਜੀ। ਤੇ ਜੇ ਆਪਾਂ ਗੱਲ ਕਰੀਏ 1 ਕਿਲੋ ਬਾਈਟ ਦੇ ਵਿੱਚ ਕਿੰਨੇ ਹੁੰਦੇ ਨੇ, 1024 ਬਾਈਟ ਹੁੰਦੇ ਨੇ। ਠੀਕ ਹੈ। ਇਹ ਇੱਦਾਂ ਅੱਗੇ ਕਾਫੀ ਹੁੰਦੇ ਨੇ, MB, ਟੈਰਾਬਾਈਟ ਵਗੈਰਾ ਕਾਫੀ ਹੁੰਦੇ ਨੇ। ਸਭ ਤੋਂ ਛੋਟੀ ਯੂਨਿਟ ਕਿਹੜੀ ਹੈ, ਬਿਟ ਹੈ ਜੀ। ਸੋ ਅੱਗੇ ਕਹਿੰਦਾ ਵਿਚ ਆਫ ਦਾ ਫੋਲੋਇੰਗ ਯੂਨਿਟ ਇਜ਼ ਰਿਸਪੋਂਸੀਬਲ ਫॉर ਕਨਵਰਟਿੰਗ ਦਾ ਡਾਟਾ ਰਿਸੀਵਡ ਫਰੋਮ ਦਾ ਯੂਜ਼ਰ ਇਨਟੂ ਕੰਪਿਊਟਰ ਅੰਡਰਸਟੈਂਡੇਬਲ ਫਾਰਮੈਟ। ਕਹਿੰਦਾ ਉਹ ਕਿਹੜੀ ਯੂਨਿਟ ਹੈ ਜਿਹੜੀ ਆਪਣੀ ਰਿਸਪੋਂਸੀਬਲ ਹੁੰਦੀ ਹੈ ਵੀ ਡਾਟਾ ਜਿਹੜਾ ਯੂਜ਼ਰ ਤੋਂ ਮਿਲ ਰਿਹਾ ਹੈ ਉਸ ਨੂੰ ਕੰਪਿਊਟਰ ਦੀ ਅੰਡਰਸਟੈਂਡਿੰਗ ਫਾਰਮ ਦੇ ਵਿੱਚ ਕਨਵਰਟ ਕਰਨਾ। ਦੇਖੋ ਹੁਣ ਜਿਵੇਂ ਮੈਂ ਯੂਜ਼ਰ ਹੈ, ਮੈਂ ਕੰਪਿਊਟਰ ਦੇ ਵਿੱਚ ਕੁਝ ਵੀ ਚੀਜ਼ ਪਾਣੀ ਹੈ ਤਾਂ ਮੈਂ ਕਿਹਦੇ ਥਰੂ ਪਾਊਂਗਾ, ਜਾਂ ਤਾਂ ਮੈਂ ਕੀ ਕਰੂੰਗਾ ਕੀਬੋਰਡ ਦੇ ਥਰੂ ਜਾਂ ਮਾਊਸ ਦੇ ਵਿੱਚ ਕੋਈ ਵੀ ਇੰਸਟਰਕਸ਼ਨ ਦਊਂਗਾ ਤਾਂ ਉਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕੰਪਿਊਟਰ ਨੂੰ ਸਮਝਾਉਣ ਵਾਸਤੇ, ਯਾਨੀ ਕਿ ਕਿਹਦੀ ਹੁੰਦੀ ਹੈ, ਇਨਪੁਟ ਯੂਨਿਟ। ਇਨਪੁਟ ਯੂਨਿਟ ਕੀ ਹੁੰਦਾ, ਰਿਸਪੋਂਸੀਬਲ ਹੁੰਦਾ ਜੋ ਵੀ ਡਾਟਾ ਅਸੀਂ ਭੇਜ ਰਹੇ ਹਾਂ ਉਸ ਨੂੰ ਕਨਵਰਟ ਕਰਕੇ ਕੰਪਿਊਟਰ ਦੀ ਅੰਡਰਸਟੈਂਡ ਫਾਰਮੈਟ ਦੇ ਵਿੱਚ ਬਣਾਉਣ ਦਾ। ਠੀਕ ਹੈ। ਸੋ ਇਹਦਾ ਆਨਸਰ ਕੀ ਆ ਜਾਊਗਾ, ਇਨਪੁਟ ਯੂਨਿਟ। ਠੀਕ ਹੈ। ਆਊਟਪੁੱਟ ਯੂਨਿਟ ਮਤਲਬ ਕਿ ਆਪਣੇ ਆਊਟਪੁੱਟ ਦੇਣ ਵਾਸਤੇ, ਮੈਮਰੀ ਸਟੋਰ ਕਰਨ ਵਾਸਤੇ ਹੁੰਦੀ ਹੈ। ਅਰਥਮੈਟਿਕ ਲੌਜੀਕਲ ਯੂਨਿਟ ਕਦੇ ਵਾਸਤੇ ਹੁੰਦਾ ਹੈ, ਉੱਥੇ ਕੈਲਕੂਲੇਸ਼ਨਸ ਨੂੰ ਪਰਫਾਰਮ ਕਰਨ ਵਾਸਤੇ। ਸੋ ਇਸ ਕੁਐਸਚਨ ਆਨਸਰ ਇਨਪੁਟ ਯੂਨਿਟ ਆਊਗਾ। ਠੀਕ ਹੈ ਜੀ। ਕਹਿੰਦਾ ਵਿਚ ਆਫ ਦਾ ਫੋਲੋਇੰਗ ਮੋਨੀਟਰ ਲੁਕਸ ਲਾਈਕ ਅ ਟੈਲੀਵਿਜ਼ਨ ਐਂਡ ਦੇਅਰ ਨਾਰਮਲੀ ਯੂਜ਼ਡ ਨੋਨ ਪੋਰਟੇਬਲ ਕੰਪਿਊਟਰ ਸਿਸਟਮ। ਕਹਿੰਦਾ ਕਿਹੜਾ ਮੋਨੀਟਰ ਹੈ ਜਿਹੜਾ ਕਿ ਇੱਕ ਟੈਲੀਵਿਜ਼ਨ ਦੀ ਤਰ੍ਹਾਂ ਦਿਖਦਾ ਹੈ ਤੇ ਨਾਰਮਲੀ ਨੋਨ ਪੋਰਟੇਬਲ ਕੰਪਿਊਟਰ ਸਿਸਟਮ ਹੁੰਦੇ ਹਨ, ਉਹਨਾਂ ਨੂੰ ਆਪਾਂ ਇੱਧਰ ਤੋਂ ਉੱਧਰ ਲੈ ਕੇ ਨਹੀਂ ਜਾ ਸਕਦੇ, ਤਾਂ ਆਪਾਂ ਕਹਿ ਸਕਦੇ ਹਾਂ CRT। ਪੁਰਾਣੇ ਟੀਵੀਆਂ 'ਚ CRT ਆਉਂਦੀ ਸੀ, ਯਾਨੀ ਕੈਥੋਡ ਰੇਜ਼ ਟਿਊਬਸ। ਇਹ ਪੁਰਾਣੇ ਦੇਖੇ ਹੋਣੇ ਤੁਸੀਂ, ਕੰਪਿਊਟਰ ਬੜੇ ਪਏ ਹੁੰਦੇ ਸੀ ਜਿਹੜੇ ਪਹਿਲਾਂ, ਉਹ ਹੁੰਦੇ ਨੇ, ਉਹ ਨੋਨ ਪੋਰਟੇਬਲ ਹੁੰਦੇ ਨੇ। ਠੀਕ ਹੈ। ਬਾਕੀ LED ਤੇ LCD ਜਿਹੜੀਆਂ ਅੱਜ ਕੱਲ੍ਹ ਚੱਲ ਰਹੀਆਂ ਨੇ, ਠੀਕ ਹੈ, ਇਹ TV ਵਾਂਗੂ ਨਹੀਂ ਹੈ। ਸੋ ਆਪਣਾ ਪਹਿਲਾ ਹੈਗੇ ਹੈ CRT। ਸੋ ਇਸ ਕੁਐਸਚਨ ਆਨਸਰ ਕੀ ਆਊਗਾ, CRT ਔਰ ਕੈਥੋਡ ਰੇਜ਼ ਟਿਊਬ ਮੋਨੀਟਰ ਲੁਕਸ ਲਾਈਕ ਅ ਟੈਲੀਵਿਜ਼ਨ ਆਈਡੀਅਲੀ, ਯਾਨੀ ਟੈਲੀਵਿਜ਼ਨ ਵਾਂਗੂ ਲੱਗਦੇ ਸੀ। ਫਲੈਟ ਪੈਨਲ ਮੋਨੀਟਰ ਥਿਨਰ ਦੈਨ ਐਂਡ ਲਾਈਟਰ ਦੈਨ ਦਾ ਕੰਪੈਰੀਜ਼ਨ। ਜਿਹੜੇ ਫਲੈਟ, ਇਹ ਹੋ ਗਈ ਆਪਣੀ ਫਲੈਟ ਪੈਨਲ ਹੋ ਗਏ, ਮੋਨੀਟਰ ਹੋ ਗਏ ਜਾਂ ਦੂਜੇ, ਇਹ ਕੰਪੈਰੀਜ਼ਨ ਉਹਨਾਂ ਨਾਲੋਂ ਕਾਫੀ ਜ਼ਿਆਦਾ ਪਤਲੇ ਹੁੰਦੇ ਨੇ ਤੇ ਹਲਕੇ ਵੀ ਹੁੰਦੇ ਨੇ ਭਾਰ 'ਚ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਟਾਈਪ ਆਫ ਕੰਪਿਊਟਰ ਕੋਡ। ਕਿਹੜਾ ਜਿਹੜਾ ਹੈਗਾ ਇਹਨਾਂ ਵਿੱਚੋਂ ਕੰਪਿਊਟਰ ਕੋਡ ਦੀ ਟਾਈਪ ਨਹੀਂ ਹੈ। ਦੇਖੋ ਕੰਪਿਊਟਰ ਦੇ ਕੋਡ ਦੀ ਟਾਈਪਸ ਹੁੰਦੀਆਂ ਨੇ, ASCII ਵੀ ਹੈਗੀ ਹੈ, BCD ਵੀ ਹੈਗੀ ਹੈ। ਦੇਖੋ ASCII ਦਾ ਅਮਰੀਕਨ ਸਟੈਂਡਰਡ ਉਹ ਹੈਗਾ, BCD ਯਾਨੀ ਬਾਈਨਰੀ ਕੋਡ ਡਿਜ਼ਾਈਨ ਇਹ ਵੀ ਹੈਗੀ ਹੈ, ਯਾਨੀ EDIC ਇਹ ਕੋਈ ਵੀ ਕੋਡ ਨਹੀਂ ਹੈ। ਸੋ ਇਸ ਕੁਐਸਚਨ ਦਾ ਆਨਸਰ EDIC ਆ ਜਾਊਗਾ। देयर इज नो कोडिंग स्कीम लाइक EDIC। ठीक है। EBCDIC स्टैंड एक्सटेंडेड बाइनरी कोड डेसिमल इंटरचेंज कोड, यानी ਇਹਦੀ फुल फॉर्म है। BCD ਦੀ फुल फॉर्म की है, बाइनरी कोड डेसिमल। ਤੇ ASCII ਦੀ फुल फॉर्म की है अपनी,
ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਕਈ ਵਾਰੀ ਇਹਨਾਂ ਦੀ ਆਪਾਂ ਨੂੰ ਡੈਫੀਨੇਸ਼ਨ ਵੀ ਪੁੱਛ ਲੈਂਦੇ ਨੇ। ਇਹਦੀ ਡੈਫੀਨੇਸ਼ਨ ਹੋਗੀ ਅਮਰੀਕਨ, ਐਸ ਤੋਂ ਸਟੈਂਡਰਡ, ਸੀ ਤੋਂ ਕੋਡ, ਐਫ ਤੋਂ ਫॉर ਇਨਫੋਰਮੇਸ਼ਨ ਇੰਟਰਚੇਂਜ। ਠੀਕ ਹੈ ਜੀ, ਇਹ ਇਸ ਦੀ ਫੁੱਲ ਫਾਰਮ ਹੋਗੀ। ਇਸ ਦੀ ਫਾਰਮ ਤੁਹਾਡੀ ਹੋਗੀ ਬਾइनरी ਕੋਡ, ਕੋਡਡ ਡੈਸੀਮਲ, ਬਾइनरी ਕੋਡਡ ਡੈਸੀਮਲ। ठीक है जी। सो इस दी हुंदी है बच्चे अपनी एक्सटेंडेड बाइनरी कोडेड डेसीमल इंटरचेंज, डेसीमल इंटरचेंज कोड। ठीक है जी, ये इन्हां दी तुसी फुल फॉर्म्स भी याद रख सकते हो, कई बारी पुछ लेंदे ने एग्जाम्स दे विच। ठीक है जी। सो इस क्वेश्चन आंसर की है EDIC, कोई कोड नहीं है। कहंदा विच ऑफ द फॉलोइंग पार्ट ऑफ ए प्रोसैसर कंटेन द हार्डवेयर necessary to perform the all the operation required by the computer। यानी कि वो प्रोसैसर ਦਾ ਕਿਹੜਾ ਪਾਰਟ ਹੈ, ਠੀਕ ਹੈ, ਜਿਹੜਾ ਕਿ ਹਾਰਡਵੇਅਰ ਨੂੰ ਨੈਸੈਸਰੀ ਹੁੰਦਾ ਸਾਰੇ ਉਹਨਾਂ ਦੇ ਜਿਹੜੇ ਫੰਕਸ਼ਨਸ ਨੇ ਉਹ ਉਹਨਾਂ ਨੂੰ ਪਰਫਾਰਮ ਕਰ ਸਕੇ। ਠੀਕ ਹੈ, ਤਾਂ ਉਹ ਹੁੰਦਾ ਡਾਟਾ ਪਾਥ। ਯਾਨੀ ਡਾਟਾ ਪਾਥ ਇੱਕ ਪਾਰਟ ਹੈ ਪ੍ਰੋਸੈਸਰ ਦਾ ਜਿਹੜਾ ਕਿ ਜ਼ਰੂਰੀ ਹੋਣਾ ਚਾਹੀਦਾ ਜਿੰਨੇ ਵੀ ਹਾਰਡਵੇਅਰ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਰੇਸ਼ਨਸ ਕਰਵਾਉਣ ਲਈ। तो अपना आंसर किया होगा डाटा पाथ। ठीक है, तो प्रोसेसर इज ए पार्ट ऑफ कंप्यूटर विच डज ऑल द डाटा मैनिपुलेट्स एंड डिसीजन मेकिंग ए प्रोसेसर वाज। ठीक है, ए डाटा पाथ कंटेन द हार्डवेयर नैसेसरी टू परफॉर्म ऑल ऑपरेशन। और जो कंट्रोलर है टेल्स द डाटा पाथ वट नीड टू बी डन। जो कंट्रोलर होंगे डाटा दसदा भी की करना, वो बाकी सारा डाटा पाथ करेगा। रजिस्टर एक्ट द इंटरमीडिएट स्टोरेज एंड डाटा। रजिस्टर की होंगे ने इंटरमीडिएट होंगे ने स्टोरेज डाटा करने वास्ते। ठीक है जी। कहना विच ऑफ द फॉलोइंग इज डिजाइन टू कंट्रोल द ऑपरेशन ऑफ ए कंप्यूटर। कहना इन्हां विचों किस चीज़ नूं आपां ने डिजाइन किया। विच ऑफ द फॉलोइंग इज डिजाइंड टू कंट्रोल द ऑपरेशन ऑफ ए कंप्यूटर। किहड़ी चीज़ कंप्यूटर ऑपरेशन नूं जिहड़ा बनाउण वास्ते, तां इहदे विच अपना आ जांदा सिस्टम सॉफ्टवेयर। यानी कि सिस्टम देखो दो तरह के सॉफ्टवेयर होंगे ने, एक होंगे ने सिस्टम सॉफ्टवेयर, एक होंगे ने अपने कोल एप्लीकेशन सॉफ्टवेयर। ठीक है जी। ਜਿਹੜੇ ਐਪਲੀਕੇਸ਼ਨ ਸੌਫਟਵੇਅਰ ਤਾਂ ਉਹ ਹੋ ਗਏ ਜੋ ਬਾਹਰੋਂ ਆਪਾਂ ਬਣਾ ਪਾਉਂਦੇ ਆ। ਸਿਸਟਮ ਸੌਫਟਵੇਅਰ ਯਾਨੀ ਸਿਸਟਮ ਸੌਫਟਵੇਅਰ 'ਚ ਹੀ ਪਾਏ ਜਾਂਦੇ ਨੇ ਵੀ ਜਿਹੜੇ ਉਹਦੇ ਕੰਪਿਊਟਰ ਦੇ ਆਪਰੇਸ਼ਨਸ ਹੁੰਦੇ ਨੇ ਕੰਪਿਊਟਰ ਨੂੰ ਚਲਾਉਣ ਵਾਸਤੇ। ਦੈਟ ਇਜ਼ ਦਾ ਉਹ ਡਿਜ਼ਾਈਨ ਹੁੰਦੇ ਨੇ, ਸਿਸਟਮ ਸੌਫਟਵੇਅਰ ਹੁੰਦੇ ਨੇ ਜਾ ਕੇ ਕੰਪਿਊਟਰ ਨੂੰ ਕੰਟਰੋਲ ਕਰਨ ਤੇ ਚਲਾ ਪਾਉਣ। ਸੋ ਇਸ ਕੁਐਸਚਨ ਦਾ ਆਨਸਰ ਕੀ ਆਊਗਾ ਸਿਸਟਮ। ਤਾਂ ਸੌਫਟਵੇਅਰ ਬੇਸਿਕਲੀ ਕਲਾਸ 2 ਤੋਂ ਦੋ ਤਰ੍ਹਾਂ ਦੇ ਹੁੰਦੇ ਨੇ, ਸਿਸਟਮ ਤੇ ਐਪਲੀਕੇਸ਼ਨ। System software is designed to control the operation and extended the processing capability of a computer system। ठीक है जी। कहता which of the following device use positional notation to represent a decimal number। कहता इन्हां विचों किहड़ी डिवाइस है जिहड़ी कि पोजिशनल नोटेशन रिप्रजेंट करती है, चाइल्ड दी लोड यूज़ करती है डेसीमल नंबर नूं रिप्रजेंट करने वास्ते। ठीक है जी। सो ये आएगा अबैकस। तो आंसर की आ जो ये अबैकस आऊगा क्योंकि अबैकस वाज यूज टू डू अर्थमैटिक कैलकुलेशन अराउंड 2500 साल पहला। कहना जो क्योंकि अबैकस सी जेड़ा वो 2500 साल पहला यूज होंदा सी अर्थमैटिक कैलकुलेशनस करने वास्ते। पास्कल वाज दा पास्कल कैलकुलेटर। पास्कल लाइन की सी, पास्कल कैलकुलेटर सी बाय दा किने बनाया सी, ब्लेज पास्कल फॉर डूइंग द लैबोरेटरी कैलकुलेशन। ये लैबोरेटरी कैलकुलेशन वास्ते यूज होंदा सी पास्कल। अबैकस की सी नॉर्मली डेसीमल कैलकुलेशन नूं यूज करने वास्ते यूज होंदा सी। ठीक है जी। सो अगे आंदा विच ऑफ द फॉलोइंग इज यूज्ड EBDCDI। यानी कि आप कह रहे सी ना एक्सटेंडेड बाइनरी कोड डेसीमल जिहड़ी लैंग्वेज है ये कित्थे किहड़ी किसी यूज होंदी है। सो ये जिहड़ी लैंग्वेज यूज होंदी है ये किसी यूज होंदी है, कोड जिहड़े होंदे ने किसी यूज होंदे ने मेन फ्रेम कंप्यूटर च यूज होंदे ने। द कंसैप्ट ऑफ EBCDIC आप पढ़ के है ना, एक कोडेड होंगे, किस कोड होंगे ने किस यूज होंगे ने, मेन फ्रेम कंप्यूटर च यूज होंगे ने, इन्वेंटेड बाय IBM। ठीक है, दिस कंसैप्ट इट इज़ मेनली यूज इन IBM मेन फ्रेम इन्वायरमेंट। सो बेसिकली मेन फ्रेम यूज EBCDIC कोड। ठीक है जी। विच ऑफ द फॉलोइंग आर फिजिकल डिवाइस ऑफ ए कंप्यूटर। इन्हां विचों फिजिकल डिवाइस किहड़ी है, देखो इन्हां चों फिजिकल डिवाइस जिहड़ी हैगी है बच्चे वो देखने वाली किहड़ी है, हार्डवेयर है। सो आपां कह दांगे इन्हां चों फिजिकल डिवाइस किहड़ी है, हार्डवेयर है। बाकी सारियां जिन्नियां भी ने सॉफ्टवेयर हो गया, सिस्टम सॉफ्टवेयर पैकेज, ये सॉफ्टवेयर टाइप ने। हार्डवेयर किहड़ी है इन्हां चों, फिजिकल जिहड़ी हार्डवेयर है। तो हार्डवेयर रेफर फिजिकल डिवाइस ऑफ ए कंप्यूटर सिस्टम। सॉफ्टवेयर रिफाइज कलैक्शन ऑफ प्रोग्राम। सॉफ्टवेयर किहड़े ने, कलैक्शन ऑफ प्रोग्राम। और प्रोग्राम की होंदी है सीक्वेंस ऑफ इंस्ट्रक्शन।
ठीक है जी। इंस्ट्रक्शनस ਨੂੰ ਮਿਲਾ ਦਈਏ ਤਾਂ ਕੀ ਬਣਦਾ ਆਪਣੇ ਕੋਲ ਪ੍ਰੋਗਰਾਮ, ਕਾਫੀ ਸਾਰੇ ਪ੍ਰੋਗਰਾਮਾਂ ਨੂੰ ਮਿਲ ਕੇ ਕੀ ਬਣਦਾ ਇੱਕ ਸੌਫਟਵੇਅਰ ਬਣਦਾ। ਅੱਗੇ ਕਹਿੰਦਾ ਵਿਚ ਆਫ ਦਾ ਫੋਲੋਇੰਗ ਡਿਫਾਈਨਸ the assign ordering among the character used by the computer। ਕਹਿੰਦਾ which of the following defines ਕੀ ਡਿਸਾਈਨ ਕਰਦਾ ਹੈ the assign ordering among the character used by the computer, ਵੀ ਕਿਹੜੇ ਜਿਹੜੇ ਕਰੈਕਟਰ ਯੂਜ਼ ਕਰ ਰਹੇ ਆ ਉਹਨਾਂ ਨੂੰ ਸੋਰਟ ਕਰਨ ਵਾਸਤੇ ਕਿਹੜਾ ਆਰਡਰਿੰਗ ਕਰਨ ਵਾਸਤੇ ਕੀ ਯੂਜ਼ ਹੁੰਦੀ ਹੈ। ਤਾਂ ਉਹਨਾਂ ਨੂੰ ਕੀ ਯੂਜ਼ ਹੁੰਦੀ ਹੈ ਬੱਚੇ, ਆਪਣਾ ਆਨਸਰ ਆਏਗਾ ਕਲੈਕਟਿੰਗ ਸੀਕੁਐਂਸ। ਕਾਹਦੇ ਇਸ ਨੇ ਕਲੈਕਟਿੰਗ ਸੀਕੁਐਂਸ। ਕਹਿੰਦਾ ਕਲੈਕਟਿੰਗ ਸੀਕੁਐਂਸ ਇਜ਼ ਦਾ ਟਰਮ used for ordering among character, यानी characters ਨੂੰ order ਕਰਨ ਵਾਸਤੇ। ਉਹਨੇ ਪੁੱਛਿਆ ਹੈ ਵੀ characters ਨੂੰ order ਕਰਨ ਵਾਸਤੇ ਕੀ ਹੁੰਦਾ, ਤਾਂ collecting sequence use ਹੁੰਦਾ। ਠੀਕ ਹੈ ਜੀ। which of the following device provide the communication between a computer and the outer world, ਕਿਹੜੀ ਚੀਜ਼ ਹੈ ਜਿਹੜੀ ਡਿਵਾਈਸ ਹੈ ਜਿਹੜੀ ਪ੍ਰੋਵਾਈਡ ਕਰਦੀ ਹੈ ਕੰਪਿਊਟਰ ਤੇ ਪੂਰੇ ਵਰਲਡ ਦੇ ਨਾਲ ਕਮਿਊਨੀਕੇਟ ਕਰਨ ਵਾਸਤੇ, ਤਾਂ ਉਹ ਕਿਹੜੀ ਹੋਗੀ ਇਨਪੁਟ ਆਊਟਪੁੱਟ ਡਿਵਾਈਸ। ਕੀ ਹੋਗੀ ਬੱਚੇ, ਇਨਪੁਟ ਆਊਟਪੁੱਟ ਡਿਵਾਈਸ ਪ੍ਰੋਵਾਈਡ ਦਾ ਮੇਨ ਕਮਿਊਨੀਕੇਸ਼ਨ ਬਿਟਵੀਨ ਦਾ ਕੰਪਿਊਟਰ ਐਂਡ ਦਾ ਆਊਟਰ ਵਰਲਡ। ਦੇ ਆਰ ਆਫਨ ਰੈਫਰਡ ਐਜ਼ ਦਾ ਪੈਰੀਫਿਲ ਡਿਵਾਈਸ ਆਫ ਦਾ ਸਿਸਟਮ, ਤਾਂ ਇਸ ਨੂੰ ਪੈਰੀਫਿਲਸ ਡਿਵਾਈਸ ਆਫ ਕੰਪਿਊਟਰ ਵੀ ਕਿਹਾ ਜਾਂਦਾ ਹੈ। ਅੱਗੇ ਕਹਿੰਦਾ ਜੀ ਆਪਣੇ ਕੋਲ ਕੁਐਸਚਨ ਹੈ, ਕਹਿੰਦਾ which of the following device used converting maps, pictures and drawing into digital form for storage in computer। ਕਹਿੰਦਾ ਕਿਹੜੀ ਡਿਵਾਈਸ ਹੈ ਜਿਹੜੀ ਆਪਣੀ ਜਿਹੜੇ ਮੈਪਸ ਹੁੰਦੇ ਨੇ, ਪਿਕਚਰਸ ਹੁੰਦੀਆਂ ਨੇ ਜਾਂ ਡਰਾਇੰਗਸ ਹੁੰਦੀਆਂ ਉਹ ਡਿਜੀਟਲ ਫਾਰਮ ਦੇ ਵਿੱਚ ਸਟੋਰ ਕਰਦੀਆਂ ਨੇ ਕੰਪਿਊਟਰ ਦੇ ਵਿੱਚ। ਠੀਕ ਹੈ, ਤਾਂ ਉਹ ਕਿਹੜੀ ਹੋਗੀ ਬੱਚੇ ਆਪਣੇ ਕੋਲ, ਉਸ ਨੂੰ ਆਪਣੇ ਵਾਸਤੇ ਡਿਜੀਟਰਸ ਯੂਜ਼ ਹੁੰਦੇ ਨੇ। ਕੀ ਹੁੰਦੇ ਨੇ ਡਿਜੀਟਰਸ। ਤਾਂ ਡਿਜੀਟਰ ਸਰਵਿਸਿਜ਼ ਪਰਪਸ ਗਿਵਨ ਇਨ ਦਾ ਕੁਐਸਚਨ। ਡਿਜੀਟਰਸ ਕੀ ਨੇ, generally used in the area of computer aided design by the architects and engineer to design car and building etc। ਠੀਕ ਹੈ, ਉਹ ਤੁਹਾਡੇ ਮੈਪ ਹੋ ਗਏ, ਪਿਕਚਰਸ ਹੋਏ, ਡਰਾਇੰਗਸ ਹੋ ਗਈਆਂ, ਉਸ ਨੂੰ ਡਿਜੀਟਲ ਫਾਰਮ ਦੇ ਵਿੱਚ ਸਟੋਰ ਕਰਦੇ ਨੇ। ਉਮੀਦ ਕਰਦਾ ਤੁਹਾਨੂੰ ਇਹ ਕੁਐਸਚਨ ਵਧੀਆ ਲੱਗੇ ਹੋਣਗੇ। ਜੇ ਕੁਐਸਚਨ ਵਧੀਆ ਲੱਗੇ ਹੋਣ ਤਾਂ ਵੀਡੀਓ ਨੂੰ ਲਾਈਕ ਕਰੋ ਤਾਂ ਕਿ ਮੈਂ ਤੁਹਾਡੇ ਲਈ ਇਹੋ ਜਿਹੇ ਕੁਐਸਚਨ ਹੋਰ ਲੈ ਕੇ ਆਵਾਂ, ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਮਿਲਣਗੇ। ਸੋ ਥੈਂਕ ਯੂ ਸੋ ਮਚ ਗਾਇਸ।